मैनू दसदियां अज खुशी हो रही है कि अज टाटा स्टील नाल एक एग्रीमेंट साइन होया। टाटा स्टील अपना देश का दूजा सब तो वड्डा प्लांट लुधियाना विखे लाएगा। 2600 करोड़ रुपया इन्वेस्ट करनगे। ਵਧੀਆ ਗੱਲ ਹੈ ਭਗਵੰਤ ਮਾਨ ਜੀ ਨੇ 2600 ਕਰੋੜ ਦਾ ਪਲਾਨ ਲਿਆ ਆਂਦਾ ਸਟੀਲ ਦਾ। ਪਰ ਬਿਹਤਰ ਇਹ ਹੁੰਦਾ ਵੀ ਜੇ ਸਟੀਲ ਪਲਾਂਟ ਦੀ ਜਗ੍ਹਾ ਤੇ ਉਹ ਕੋਈ ਇੰਡਸਟਰੀ ਪਲਾਂਟ ਲੈ ਕੇ ਆਂਦਾ ਜਿਹਦੇ 'ਚ ਕੋਈ ਮੋਟਰਸਾਈਕਲ, ਕੋਈ ਟਰੱਕ, ਕੋਈ ਕਾਰ, ਕੋਈ ਇਦਾਂ ਦੀ ਚੀਜ਼ ਬਣਦੀ ਜਿਹਦੇ 'ਚ ਕਿ ਸਮਾਲ ਸਕੇਲ ਇੰਡਸਟਰੀ ਨੂੰ ਕੰਮ ਮਿਲਦਾ। ਹੁਣ ਕੀ ਹੋਏਗਾ, ਜਿੰਨੀ ਸਕ੍ਰੈਪ ਪਾਲਿਸੀ ਦੀ ਸਕ੍ਰੈਪ ਜਨਰੇਟ ਹੋਏਗੀ ਉਹ ਸਾਰੀ ਸਕ੍ਰੈਪ ਉਹਨੇ ਇਕੱਠੀ ਕਰ ਲੈਣੀ ਹੈ। ਇਕੱਠੀ ਕਰਨ ਤੋਂ ਬਾਅਦ ਉਹਨੇ ਸਟੀਲ ਬਣਾ ਦੇਣਾ। ਸਟੀਲ ਬਣਾ ਕੇ ਉਹਨੇ ਆਪਣੇ ਮਨ ਮਰਜ਼ੀ ਦੇ ਰੇਟ ਲਗਾ ਕੇ ਮਾਲ ਵੇਚਣਾ। ਉਹਦੇ ਵਿੱਚ ਜਿਹੜੀ ਸਾਡੀ 250 ਇੰਡਸਟਰੀ ਹੈਗੀ ਹੈ ਜਿਹੜੀ ਕਿ ਪਹਿਲਾਂ ਹੀ ਕ੍ਰਾਈਸਿਸ ਚੱਲਦੀ ਪਈ ਹੈ, ਜਿਹਨੂੰ ਸਕ੍ਰੈਪ ਦੀ ਅਵੇਲੇਬਿਲਿਟੀ ਨਹੀਂ ਹੈਗੀ, ਉਹਨੂੰ ਸਕ੍ਰੈਪ ਮਿਲਣਾ ਬਿਲਕੁਲ ਔਖਾ ਹੋ ਜਾਣਾ। ਜਦੋਂ ਸਕ੍ਰੈਪ ਨਹੀਂ ਮਿਲੇਗਾ ਉਹ ਇੰਡਸਟਰੀ ਬੰਦ ਹੋ ਜਾਣੀ ਸ਼ੁਰੂ ਹੋ ਜਾਣੀ ਹੈ। ਜਦੋਂ ਉਹ ਇੰਡਸਟਰੀ ਬੰਦ ਹੋ ਜਾਏਗੀ ਤਾਂ ਜਿਹੜੀ ਸਮਾਲ ਸਕੇਲ ਇੰਡਸਟਰੀ ਚੱਲਦੀ ਪਈ ਆਲਰੇਡੀ ਉਹਨੂੰ ਵੀ ਬਹੁਤ ਇਫੈਕਟ ਆਏਗਾ, ਕਿਉਂਕਿ ਉਹਨਾਂ ਨੂੰ ਸਟੀਲ ਅਸੀਂ ਲੋਕ ਹੀ ਸਸਤਾ ਦੇ ਸਕਦੇ ਹਾਂ। ਅਦਰਵਾਈਜ਼ ਸਟੀਲ ਟਾਟਾ ਜਾਂ ਵੱਡੀ ਕੰਪਨੀ ਸਸਤਾ ਨਹੀਂ ਮਿਲ ਸਕਦਾ। ਜਦੋਂ ਵੱਡਾ ਪਲਾਂਟ ਆ ਜਾਏਗਾ, ਵੱਡੇ ਪਲਾਂਟ ਦੀ ਮੋਨੋਪੋਲੀ ਹੋ ਜਾਏਗੀ। ਇੱਕ ਤਾਂ ਉਹ ਕੈਸ਼ ਪੇਮੈਂਟ ਤੇ ਮਾਲ ਵੇਚਦਾ, ਕਿਸੇ ਨੂੰ ਉਧਾਰ ਨਹੀਂ ਦਿੰਦਾ ਉਹ। ਉਸ ਤੋਂ ਬਾਅਦ ਉਹ ਟ੍ਰੇਡਰ ਅੱਗੇ ਪੈਦਾ ਕਰ ਦਿੰਦਾ ਹੈ, ਫਿਰ ਟ੍ਰੇਡ ਆਪਣਾ ਮਾਰਜਨ ਲੈਂਦੇ ਆ, ਫਿਰ ਅੱਗੇ ਆਪਣਾ ਮਾਰਜਨ ਲੈਂਦੇ ਆ। ਇਸ ਕਰਕੇ ਸਟੀਲ ਮਹਿੰਗਾ ਹੋ ਜਾਂਦਾ। ਤੇ ਜਿਹੜੀ ਆਮ ਇੰਡਸਟਰੀ ਹੈ, ਇੱਥੇ ਨਟ ਬੋਲਟ ਦੀ ਹੈ, ਸਾਈਕਲ ਪਾਰਟਸ ਦੀ ਹੈ, ਆਟੋ ਪਾਰਟਸ ਦੀ ਹੈ, ਉਹ ਇੰਡਸਟਰੀ ਨੂੰ ਬਹੁਤ ਨੁਕਸਾਨ ਹੋਏਗਾ। ਇਹੋ ਜਿਹੀਆਂ ਚੀਜ਼ਾਂ ਲਿਆਉਣ ਤੋਂ ਪਹਿਲਾਂ ਤੁਹਾਡੇ ਵਰਗੀ ਛੋਟੀ ਇੰਡਸਟਰੀਆਂ ਦੇ ਨਾਲ ਕੋਈ ਸਲਾਹ ਮਸ਼ਵਰਾ ਜਾਂ ਕੋਈ ਤੁਹਾਡੀ ਰਿਪਰੈਜ਼ੈਂਟੇਸ਼ਨ ਨਹੀਂ ਲਿੱਤੀ ਗਈ? ਟਾਟਾ ਨੂੰ ਪਲਾਂਟ ਇਹ ਸਕ੍ਰੈਪ ਪ੍ਰੋਸੈਸ ਪਲਾਂਟ ਲਗਾਉਣਾ ਚਾਹੀਦਾ ਹੈਗਾ, ਜਿਹਦੇ ਨਾਲ ਸਾਡੀ ਇੰਡਸਟਰੀ ਵੀ ਚੱਲਦੀ ਰਹੇ ਤੇ ਛੋਟੀ ਇੰਡਸਟਰੀ ਵੀ ਚੱਲਦੀ ਰਹੇ। ਇਹ ਜਿਹੜਾ ਪਲਾਂਟ ਨੇ ਲਗਾਉਣਾ ਸਕ੍ਰੈਪ ਪ੍ਰੋਸੈਸ ਤੋਂ ਬਾਅਦ ਇੰਡਕਸ਼ਨ ਮਟੀਰੀਅਲ ਵੀ ਆਪ ਯੂਜ਼ ਕਰ ਲੈਣਾ, ਉਹਦੇ ਨਾਲ ਸਾਡੀ ਇੰਡਸਟਰੀ ਨੂੰ ਨੁਕਸਾਨ ਹੋਏਗਾ। ਟਾਟਾ ਵਰਗੇ ਵੱਡੇ ਘਰਾਂ ਨੂੰ ਫਾਇਦਾ ਹੋਏਗਾ, ਸਾਨੂੰ ਕੋਈ ਇਹਦਾ ਫਾਇਦਾ ਨਹੀਂ ਹੋਣਾ। ਟਾਟਾ ਲੈ ਜਾਏਗਾ ਸਾਰਾ ਮਾਲ, ਸਾਨੂੰ ਮਾਲ ਨਹੀਂ ਮਿਲਦਾ। ਅੱਜ ਦੀ ਡੇਟ ਸਾਨੂੰ ਸਕ੍ਰੈਪ ਦੀ ਬਹੁਤ ਸ਼ਾਰਟੇਜ ਹੈ। ਇਹ ਕੱਲ੍ਹ ਨੂੰ ਟਾਟਾ ਨੇ ਮਾਲ ਸਾਰਾ ਖਰੀਦ ਲਿਆ, ਆਪ ਲੈ ਗਿਆ, ਉਹਦੀ ਕਮਿਸ਼ਨ ਇੰਨੀ ਹੋਊਗੀ ਕਿ ਉਹ ਵੱਡੇ ਪੈਸੇ ਵਾਲਾ ਬੰਦਾ, ਉਹਨੇ ਐਡਵਾਂਸ ਵੀ ਦੇ ਦੇਣਾ, ਸਭ ਕੁਝ ਦੇ ਦੇਣਾ। ਅਸੀਂ ਲੋਕ ਤਾਂ ਆਪਣੀ ਆਈ ਚਲਾਈ ਕਰਾਉਂਦੇ, ਕਿਉਂਕਿ ਅਸੀਂ ਲੋਕ ਸਸਤਾ ਮਾਲ ਬਣਾ ਕੇ ਦੇ। ਸਾਡੇ ਤੋਂ ਸਸਤਾ ਮਾਲ ਇੰਡਕਸ਼ਨ ਫਰਨਸ ਦੇ ਵਿੱਚ ਕੋਈ ਨਹੀਂ ਦੇ ਸਕਦਾ, ਚਾਹੇ ਟਾਟਾ ਹੋਵੇ, ਚਾਹੇ ਕੋਈ ਵੱਡਾ ਆ ਜਾਵੇ। जनहितैषी टीआरपी नहीं खरीदते, भरोसा जीतते हैं हम। ਸਤਿ ਸ਼੍ਰੀ ਅਕਾਲ, ਮੈਂ ਸੰਦੀਪ ਸ਼ਰਮਾ ਇੱਕ ਵਾਰੀ ਫਿਰ ਤੁਹਾਡੇ ਨਾਲ ਰੂਬਰੂ ਹੋ ਰਿਹਾ ਖਾਸ ਮੁਲਾਕਾਤ ਪ੍ਰੋਗਰਾਮ ਦੇ ਵਿੱਚ। ਦੋਸਤੋ, ਅਕਸਰ ਇੰਡਸਟਰੀ ਤੇ ਸਰਕਾਰਾਂ ਦੇ ਵਿੱਚ ਕਿਤੇ ਨਾ ਕਿਤੇ ਵਿਚਾਰਾਂ ਦਾ ਮਤਭੇਦ ਦੇਖਣ ਨੂੰ ਮਿਲਦਾ ਹੈ, ਜਿਹਦੇ ਕਰਕੇ ਅਕਸਰ ਇੰਡਸਟਰੀ ਵੱਲੋਂ ਇਹ ਤਰਕ ਦਿੱਤੇ ਜਾਂਦੇ ਨੇ ਕਿ ਕੋਈ ਵੀ ਇੰਡਸਟਰੀਅਲ ਪਾਲਿਸੀ ਲਿਆਉਣੀ ਹੋਵੇ ਜਾਂ ਕੋਈ ਵੀ ਇੰਡਸਟਰੀਅਲ ਡਿਵੈਲਪਮੈਂਟ ਦਾ ਮੁੱਦਾ ਹੋਵੇ, ਉਹਦੇ ਵਿੱਚ ਇੰਡਸਟਰੀ ਦੀ ਰਾਏ ਲਿੱਤੀ ਜਾਏ ਤਾਂ ਉਹੀ ਕੰਮ ਨੂੰ ਬਿਹਤਰ ਤਰੀਕੇ ਨਾਲ ਕੀਤਾ ਜਾ ਸਕਦਾ ਹੈ, ਯਾਨੀ ਕਿ ਉਹਦੇ ਵਧੀਆ ਰਿਜ਼ਲਟ ਜਿਹੜੇ ਆ ਮਿਲ ਸਕਦੇ ਆ। ਇਹੋ ਜਿਹਾ ਇੱਕ ਹੋਰ ਮਾਮਲਾ ਇੱਕ ਵਾਰੀ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਹੁਣ ਸਾਹਮਣੇ ਆ ਰਿਹਾ ਹੈ, ਜਿੱਥੇ ਆਮ ਆਦਮੀ ਪਾਰਟੀ ਦੇ ਸੀਐਮ ਭਗਵੰਤ ਮਾਨ ਟਾਟਾ ਸਟੀਲ ਦਾ ਪਲਾਂਟ ਲਗਵਾ ਕੇ ਲੁਧਿਆਣੇ ਵਿਖੇ, ਲੁਧਿਆਣੇ ਦੇ ਧਨਾਸੂ 'ਚ ਟਾਟਾ ਸਟੀਲ ਦਾ ਪਲਾਂਟ ਲਗਵਾ ਕੇ ਆਪਣੀ ਪਿੱਠ ਥਪਥਪਾਉਂਦੇ ਨਜ਼ਰ ਆ ਰਹੇ ਨੇ। ਔਰ ਵੱਡੇ ਕੁਛ ਕਾਰਪੋਰੇਟ ਘਰਾਣੇ ਜਿਹੜੇ ਹੈਗੇ ਆ ਵਾਹਵਾਈ ਉਹਨਾਂ ਤੋਂ ਆਪਣੀ ਵਾਹਵਾਈ ਵੀ ਕਰਵਾ ਰਹੇ ਨੇ। ਸੋ ਇਹਦੇ ਵਿੱਚ ਆਮ ਜਰਨਲ ਇੰਡਸਟਰੀ ਕੀ ਕਹਿੰਦੀ ਹੈ, ਛੋਟੀ MSME ਇੰਡਸਟਰੀ ਕੀ ਕਹਿੰਦੀ ਹੈ, ਇਹ ਵੀ ਜਾਣਨਾ ਬਹੁਤ ਜ਼ਰੂਰੀ ਹੈ, ਕਿਉਂਕਿ ਕੀ ਇਹ ਪਲਾਂਟ ਲੱਗਣ ਨਾਲ ਪੰਜਾਬ ਨੂੰ ਐਕਚੁਅਲ 'ਚ ਕੋਈ ਫਾਇਦਾ ਹੋਏਗਾ ਜਾਂ ਸਿਰਫ ਇਹ ਜਿਹੜੇ ਹੈਗੇ ਆ ਦੂਰ ਕੇ ਡੋਲ ਸੁਹਾਵਣੇ ਵਰਗਾ ਜਿਹੜਾ ਮਾਹੌਲ ਹੈ। ਸੋ ਗੱਲਬਾਤ ਕਰਦੇ ਹਾਂ ਸਟੀਲ, ਜੀ ਹਾਂ, ਫਰਨਸ ਐਸੋਸੀਏਸ਼ਨ ਦੇ ਜਿਹੜੇ ਪ੍ਰਧਾਨ ਹੈਗੇ ਹੈ KK ਗਰਗ ਜੀ ਨਾਲ ਗੱਲਬਾਤ ਕਰਦੇ ਹਾਂ। ਸੋ ਨਾਰਥ ਇੰਡੀਆ ਇੰਡਕਸ਼ਨ ਫਰਨਸ ਦੇ ਪ੍ਰਧਾਨ KK ਗਰਗ ਜੀ ਨਾਲ, ਉਹਨਾਂ ਦਾ ਕੀ ਓਪੀਨੀਅਨ ਹੈ। ਸਰ ਨਮਸਕਾਰ। ਨਮਸਕਾਰ ਜੀ। ਸੰਦੀਪ ਜੀ, ਇਸ ਤਰ੍ਹਾਂ ਹੈ, ਬਹੁਤ ਵਧੀਆ ਗੱਲ ਹੈ ਭਗਵੰਤ ਮਾਨ ਜੀ ਨੇ 2600 ਕਰੋੜ ਦਾ ਪਲਾਨ ਲਿਆ ਆਂਦਾ ਸਟੀਲ ਦਾ। ਪਰ ਬਿਹਤਰ ਇਹ ਹੁੰਦਾ ਵੀ ਜੇ ਸਟੀਲ ਪਲਾਂਟ ਦੀ ਜਗ੍ਹਾ ਤੇ ਉਹ ਕੋਈ ਇੰਡਸਟਰੀ ਪਲਾਂਟ ਲੈ ਕੇ ਆਉਂਦਾ ਜਿਹਦੇ 'ਚ ਕੋਈ ਮੋਟਰਸਾਈਕਲ, ਕੋਈ ਟਰੱਕ, ਕੋਈ ਕਾਰ, ਕੋਈ ਇੱਦਾਂ ਦੀ ਚੀਜ਼ ਬਣਦੀ ਜਿਹਦੇ 'ਚ ਕਿ ਸਮਾਲ ਸਕੇਲ ਇੰਡਸਟਰੀ ਨੂੰ ਕੰਮ ਮਿਲਦਾ। ਹੁਣ ਕੀ ਹੋਏਗਾ,
ਜਿੰਨੀ ਸਕ੍ਰੈਪ ਪਾਲਿਸੀ ਦੀ ਸਕ੍ਰੈਪ ਜਨਰੇਟ ਹੋਏਗੀ ਉਹ ਸਾਰੀ ਸਕ੍ਰੈਪ ਉਹਨੇ ਇਕੱਠੀ ਕਰ ਲੈਣੀ ਹੈ। ਇਕੱਠੀ ਕਰਨ ਤੋਂ ਬਾਅਦ ਉਹਨੇ ਸਟੀਲ ਬਣਾ ਦੇਣਾ, ਸਟੀਲ ਬਣਾ ਕੇ ਉਹਨੇ ਆਪਣੇ ਮਨ ਮਰਜ਼ੀ ਦੇ ਰੇਟ ਲਗਾ ਕੇ ਮਾਲ ਵੇਚਣਾ ਹੈ। ਉਹਦੇ ਵਿੱਚ ਸਾਡੀ 250 ਇੰਡਸਟਰੀ ਹੈਗੀ ਹੈ ਜਿਹੜੀ ਕਿ ਪਹਿਲਾਂ ਹੀ ਕ੍ਰਾਈਸਿਸ ਚੱਲਦੀ ਪਈ ਹੈ, ਜਿਹਨੂੰ ਸਕ੍ਰੈਪ ਦੀ ਅਵੇਲੇਬਿਲਿਟੀ ਨਹੀਂ ਹੈਗੀ, ਉਹਨੂੰ ਸਕ੍ਰੈਪ ਮਿਲਣਾ ਬਿਲਕੁਲ ਔਖਾ ਹੋ ਜਾਣਾ। ਜਦੋਂ ਸਕ੍ਰੈਪ ਨਹੀਂ ਮਿਲੇਗਾ ਉਹ ਇੰਡਸਟਰੀ ਬੰਦ ਹੋ ਜਾਣੀ ਸ਼ੁਰੂ ਹੋ ਜਾਣੀ ਹੈ। ਜਦੋਂ ਉਹ ਇੰਡਸਟਰੀ ਬੰਦ ਹੋ ਜਾਏਗੀ ਤਾਂ ਜਿਹੜੀ ਸਮਾਲ ਸਕੇਲ ਇੰਡਸਟਰੀ ਚੱਲਦੀ ਪਈ ਆਲਰੇਡੀ ਉਹਨੂੰ ਵੀ ਬਹੁਤ ਇਫੈਕਟ ਆਏਗਾ, ਕਿਉਂਕਿ ਉਹਨਾਂ ਨੂੰ ਸਟੀਲ ਅਸੀਂ ਲੋਕ ਹੀ ਸਸਤਾ ਦੇ ਸਕਦੇ ਹਾਂ, ਅਦਰਵਾਈਜ਼ ਸਟੀਲ ਟਾਟਾ ਜਾਂ ਵੱਡੀ ਕੰਪਨੀ ਸਸਤਾ ਨਹੀਂ ਮਿਲ ਸਕਦਾ। ਜੇ ਉਹਨੇ ਟਾਟਾ ਦਾ ਪਲਾਂਟ ਕੋਈ ਲਗਾਉਣਾ ਸੀ ਤਾਂ ਉਹ ਆਇਰਨ ਔਰ ਬੇਸ ਪਲਾਂਟ ਲਗਾਉਣੇ ਚਾਹੀਦੇ ਸੀ ਜਿੱਥੇ ਆਇਰਨ ਔਰ ਅਵੇਲੇਬਲ ਹੈ। ਇੱਥੇ ਸਿਰਫ ਸਕ੍ਰੈਪ ਅਵੇਲੇਬਲ ਹੈਗਾ। ਸਕ੍ਰੈਪ ਬੇਸ ਇੰਡਸਟਰੀ ਜਿਹੜੀ ਇੰਡਕਸ਼ਨ ਫਰਨ ਇੰਡਸਟਰੀ ਹੈ ਉਹੀ ਕਾਮਯਾਬ ਹੈਗੀ ਹੈ, ਨਾ ਕਿ ਕੋਈ ਆਰਕ ਫਰਨ ਇੰਡਸਟਰੀ ਹੈਗੀ ਹੈ। ਜਾਂ ਜਿਹੜੀ ਇੱਥੇ ਛੋਟੀ ਛੋਟੀ ਇੰਡਸਟਰੀ ਆਰਕ ਫਰਨਸ ਲੱਗੀਆਂ ਹੋਈਆਂ ਜਿਵੇਂ ਆਰਤੀ ਸਟੀਲ ਹੈ, ਰੋਡਾ ਹੈ, ਜਿਹੜੀ ਇਹ ਫਰਨਸ ਇੰਡਸਟਰੀਆਂ ਹੈਗੀਆਂ ਇਹ ਵੀ ਸਾਡੇ ਲੋਕਾਂ ਨੂੰ ਫੀਡ ਕਰਦੀ ਹੈਗੀ। ਜਦੋਂ ਵੱਡਾ ਪਲਾਂਟ ਆ ਜਾਏਗਾ, ਵੱਡੇ ਪਲਾਂਟ ਦੀ ਮੋਨੋਪੋਲੀ ਹੋ ਜਾਏਗੀ, ਇੱਕ ਤਾਂ ਉਹ ਕੈਸ਼ ਪੇਮੈਂਟ ਤੇ ਮਾਲ ਵੇਚਦਾ, ਕਿਸੇ ਨੂੰ ਉਧਾਰ ਨਹੀਂ ਦਿੰਦਾ ਉਹ। ਉਸ ਤੋਂ ਬਾਅਦ ਉਹ ਟ੍ਰੇਡਰ ਅੱਗੇ ਪੈਦਾ ਕਰ ਦਿੰਦਾ ਹੈ, ਫਿਰ ਟ੍ਰੇਡ ਆਪਣਾ ਮਾਰਜਨ ਲੈਂਦੇ ਆ, ਫਿਰ ਅੱਗੇ ਆਪਣਾ ਮਾਰਜਨ ਲੈਂਦੇ ਆ, ਇਸ ਕਰਕੇ ਸਟੀਲ ਮਹਿੰਗਾ ਹੋ ਜਾਂਦਾ ਹੈ। ਤੇ ਜਿਹੜੀ ਆਮ ਇੰਡਸਟਰੀ ਹੈ ਇੱਥੇ ਨਟ ਬੋਲਟ ਦੀ ਹੈ, ਸਾਈਕਲ ਪਾਰਟਸ ਦੀ ਹੈ, ਆਟੋ ਪਾਰਟਸ ਦੀ ਹੈ, ਉਹ ਇੰਡਸਟਰੀ ਨੂੰ ਬਹੁਤ ਨੁਕਸਾਨ ਹੋਏਗਾ। ਸਾਡੀ ਭਗਵੰਤ ਮਾਨ ਜੀ ਨੂੰ ਰਿਕੁਐਸਟ ਹੈਗੀ ਹੈ ਵੀ ਜਿਹੜਾ ਸਟੀਲ ਪਲਾਂਟ ਉਹ ਲਗਾਉਣਾ ਚਾਹੁੰਦੇ ਆ ਉਹਦੀ ਜਗ੍ਹਾ ਤੇ ਸਕ੍ਰੈਪ ਪ੍ਰੋਸੈਸਿੰਗ ਪਲਾਂਟ ਲਗਾਉਣ। ਜਿੰਨੀ ਸਕ੍ਰੈਪ ਜਨਰੇਟ ਹੋਗੀ ਉਹਨੂੰ ਪ੍ਰੋਸੈਸ ਕਰਕੇ ਬੰਡਲ ਬਣਾ ਕੇ ਉਹਨੂੰ ਸ਼ਰੈਡ ਕਰਕੇ ਸਾਡੀ ਲੋਕੀ ਇੰਡਸਟਰੀ ਜਿਹੜੀ ਛੋਟੀ ਛੋਟੀ ਇੰਡਸਟਰੀ ਹੈ ਉਹਨਾਂ ਇੰਡਸਟਰੀ ਨੂੰ ਸਪਲਾਈ ਕਰਨ ਤਾਂ ਕਿ ਸਾਡੀ ਇੰਡਸਟਰੀ ਪ੍ਰਫੁੱਲਤ ਹੋ ਸਕੇ, ਅਸੀਂ ਘੱਟ ਬਜਟ ਦੇ ਵਿੱਚ ਸਟੀਲ ਬਣਾ ਕੇ ਜਿਹੜਾ ਸਮਾਲ ਸਕੇਲ ਇੰਡਸਟਰੀ ਨੂੰ ਦੇ ਸਕੀਏ। ਜੀ ਸਰ, ਲਗਾਤਾਰ ਜੇ ਗੱਲਬਾਤ ਕਰੀਏ ਤਾਂ ਭਗਵੰਤ ਮਾਨ ਸਰਕਾਰ ਤਾਂ ਇਹ ਦਾਅਵੇ ਕਰਦੀ ਸੀਗੀ ਕਿ ਇਹ ਜਿਹੜੇ ਪਹਿਲੀ ਵਾਰੀ ਇਹੋ ਜਿਹੀ ਇੱਕ ਪਾਲਿਸੀ ਆਏਗੀ ਇੰਡਸਟਰੀ ਦੀ ਜਿਹੜੀ ਕਿ ਇੰਡਸਟਰੀਅਲਿਸਟਾਂ ਵੱਲੋਂ ਤੇ ਇੰਡਸਟਰੀਅਲਿਸਟਾਂ ਲਈ ਹੀ ਹੋਏਗੀ, ਕਿਤੇ ਵੀ ਇਫ ਬਟ ਨਹੀਂ ਹੋਣਗੇ। ਕਿ ਇਹ ਟਾਟਾ ਸਟੀਲ ਦਾ ਐਡਾ ਵੱਡਾ ਪਲਾਂਟ ਜਿਵੇਂ ਜਿਹੜਾ ਫਾਈਨਲ ਕੀਤਾ ਗਿਆ 2600 ਕਰੋੜ ਦਾ ਤੁਸੀਂ ਆਪ ਦੱਸ ਰਹੇ ਹੋ, ਕਿ ਇਹੋ ਜਿਹੀਆਂ ਚੀਜ਼ਾਂ ਲਿਆਉਣ ਤੋਂ ਪਹਿਲਾਂ ਤੁਹਾਡੇ ਵਰਗੀ ਛੋਟੀ ਇੰਡਸਟਰੀਆਂ ਦੇ ਨਾਲ ਕੋਈ ਸਲਾਹ ਮਸ਼ਵਰਾ ਜਾਂ ਕੋਈ ਤੁਹਾਡੀ ਰਿਪਰੈਜ਼ੈਂਟੇਸ਼ਨ ਨਹੀਂ ਲਿੱਤੀ ਗਈ ਕਿ ਸਾਨੂੰ ਕਿੱਦਾਂ ਦੀਆਂ ਚੀਜ਼ਾਂ ਲਿਆਉਣੀਆਂ ਚਾਹੀਦੀਆਂ? ਜਿੱਦਾਂ ਤੁਸੀਂ ਜਿਹੜੀ ਸਲਾਹ ਹੁਣ ਦੇ ਰਹੇ ਹੋ, ਜੇ ਇਹੀ ਸਲਾਹ ਪਹਿਲਾਂ ਦੇ ਦਿੱਤੀ ਜਾਂਦੀ ਤੇ ਹੋਰ ਵਧੀਆ ਹੁੰਦਾ ਕੰਮ। ਜਿਵੇਂ ਤੁਸੀਂ ਵੀ ਕਿਹਾ ਕਿ ਟਾਟਾ ਦਾ ਐਡਾ ਵੱਡਾ ਗਰੁੱਪ ਹੈ, ਕੋਈ ਵੀ ਪਲਾਂਟ ਲਗਾ ਸਕਦੀ ਹੈ, ਫਿਰ ਜ਼ਰੂਰੀ ਆਪਾਂ ਉਹੀ ਲੈ ਕੇ ਆਉਣਾ ਜਿਹੜਾ ਰॉ ਮਟੀਰੀਅਲ ਪਹਿਲਾਂ ਇੱਥੇ ਹੈਗਾ। ਸਰ ਸਾਨੂੰ ਕਿਸੇ ਨੇ ਪੁੱਛਿਆ ਨਹੀਂ ਹੈਗਾ, ਆਲਰੇਡੀ ਟਾਟਾ ਔਰ ਆਰਤੀ ਨੇ ਮਿਲ ਕੇ ਸ਼ੈਡਡ ਪਲਾਂਟ ਲਗਾਇਆ ਰੋਹਤਕ ਦੇ ਵਿੱਚ, ਜਿਸ ਦਾ ਹਰੇਕ ਸਟੇਟ 'ਚ ਇੱਕ ਪਲਾਂਟ ਲੱਗਣਾ ਸੀਗਾ। ਅਸੀਂ ਪੁਰਾਣੀ ਸਰਕਾਰ ਨੂੰ ਕਿਹਾ ਸੀਗਾ ਇਹ ਜਿਹੜਾ ਸ਼ੈਡਡ ਪਲਾਂਟ ਹੈਗਾ ਇਹ ਸਾਨੂੰ ਅਲਾਟ ਕੀਤਾ ਜਾਵੇ, ਇੰਡਕਸ਼ਨ ਫॉर ਇੰਡਸਟਰੀ ਨੂੰ ਅਲਾਟ ਕੀਤਾ ਜਾਵੇ, ਅਸੀਂ ਲਗਾਈਏ ਤਾਂ ਕਿ ਜਿੰਨੀਆਂ ਸਕ੍ਰੈਪ ਵਹੀਕਲ ਸਕ੍ਰੈਪ ਹੋਣਗੀਆਂ ਉਹਦੀ ਸਕ੍ਰੈਪ ਅਸੀਂ ਲੋਕ ਯੂਜ਼ ਕਰੀਏ। ਵਧੀਆ ਗੱਲ ਹੈ, ਇਨਫਰਾਸਟ੍ਰਕਚਰ ਜ਼ਿਆਦਾ ਚਾਹੀਦਾ। ਜਿਹੜੀ ਟਾਟਾ ਜਿਹੜਾ ਹੈਗਾ, ਟਾਟਾ ਕੋਲ ਪੈਸੇ ਬਹੁਤ ਹੈਗੇ, ਟਾਟਾ ਨੇ ਪਲਾਂਟ ਲਗਾ ਲਿਆ। ਟਾਟਾ ਨੂੰ ਪਲਾਂਟ ਇਹ ਸਕ੍ਰੈਪ ਪ੍ਰੋਸੈਸ ਪਲਾਂਟ ਲਗਾਉਣਾ ਚਾਹੀਦਾ ਹੈਗਾ ਜਿਹਦੇ ਨਾਲ ਸਾਡੀ ਇੰਡਸਟਰੀ ਵੀ ਚੱਲਦੀ ਰਹੇ ਤੇ ਛੋਟੀ ਇੰਡਸਟਰੀ ਵੀ ਚੱਲਦੀ ਰਹੇ। ਇਹ ਜਿਹੜਾ ਪਲਾਂਟ ਨੇ ਲਗਾਉਣਾ ਸਕ੍ਰੈਪ ਪ੍ਰੋਸੈਸ ਤੋਂ ਬਾਅਦ ਇੰਡਕਸ਼ਨ ਮਟੀਰੀਅਲ ਵੀ ਆਪ ਯੂਜ਼ ਕਰ ਲੈਣਾ, ਉਹਦੇ ਨਾਲ ਸਾਡੀ ਇੰਡਸਟਰੀ ਨੂੰ ਨੁਕਸਾਨ ਹੋਏਗਾ, ਟਾਟਾ ਵਰਗੇ ਵੱਡੇ ਘਰਾਂ ਨੂੰ ਫਾਇਦਾ ਹੋਏਗਾ, ਸਾਨੂੰ ਕੋਈ ਇਹਦਾ ਫਾਇਦਾ ਨਹੀਂ ਹੋਣਾ। ਸੋ ਪੰਜਾਬ ਦੇ ਵਿੱਚ ਤੁਸੀਂ ਕਹਿ ਰਹੇ ਹੋ MSME ਜਿਹੜੀ ਇੰਡਸਟਰੀ ਹੈ ਕਿਤੇ ਨਾ ਕਿਤੇ ਉਹਦੇ ਤੇ ਫਿਰ ਇੱਕ ਵਾਰੀ ਖਤਰੇ ਦੀ ਘੰਟੀ ਜਿਹੜੀ ਹੈ ਆ ਗਈ ਹੈ ਇਹ ਪਲਾਂਟ ਦੇ ਨਾਲ। ਸਰ ਸਮਾਲ ਸਕੇਲ ਇੰਡਸਟਰੀ ਹੈ, ਜਲੰਧਰ ਹੈ, ਲੁਧਿਆਣਾ ਹੈ, ਇਹ ਜਿੰਨੀ ਵੀ ਸਮਾਲ ਸਕੇਲ ਇੰਡਸਟਰੀ ਹੈ, ਛੋਟੀ ਛੋਟੀ ਇੰਡਸਟਰੀ ਹੈ ਜਿਹੜੀ ਕਿ ਸਾਡੇ ਵੱਡੇ ਜਿਹੜੇ ਫਰਨਸਾਂ ਦੇ ਉੱਤੇ ਬੇਸਡ ਇੰਡਸਟਰੀ ਹੈਗੀ ਹੈ, ਅਸੀਂ ਲੋਕ ਇਹਨਾਂ ਨੂੰ ਮਟੀਰੀਅਲ ਸਸਤਾ ਦੇ ਸਕਦੇ ਕਿਉਂਕਿ ਸਾਡੀ ਕਨਵਰਸ਼ਨ ਕਰਦੇ ਹਾਂ। ਸਾਡਾ ਪ੍ਰੋਜੈਕਟ ਕਾਸਟ ਵੀ ਜਿਹੜੀ ਹੈਗੀ 10-20 ਕਰੋੜ ਦੀ ਹੁੰਦੀ ਹੈ। ਟਾਟਾ ਨੇ ਐਡੇ ਪੈਸੇ ਲਾ ਕੇ ਉਹਦਾ ਇੰਟਰਸਟ ਰੇਟ ਕਿੱਡਾ ਹੋਏਗਾ, ਉਹਦੇ ਨਾਲ ਉਹਦਾ ਰਾਮ ਮਟੀਰੀਅਲ ਕਿੰਨਾ ਮਹਿੰਗਾ ਹੋ ਜਾਏਗਾ। ਸਾਡੇ ਲੋਕਾਂ ਨੂੰ ਸਸਤੇ ਮਾਲ ਲੈ ਕੇ ਸਸਤੇ ਪ੍ਰੋਜੈਕਟ ਲਗਾ ਕੇ ਛੋਟੀ ਇੰਡਸਟਰੀ ਨੂੰ ਅਸੀਂ ਕੈਟਰ ਕਰਦੇ ਸੀ, ਉਹ ਇੰਡਸਟਰੀ ਨੂੰ ਕੈਟਰ ਕਰਨਾ ਜਿਹੜਾ ਹੈਗਾ ਹੁਣ ਔਖਾ ਹੋ ਜਾਏਗਾ। ਵੱਡੇ ਪਲਾਂਟ ਲਗਾਉਣ ਨਾਲ, ਜੇ ਉਹ ਵੱਡੇ ਪਲਾਂਟ ਲਗਾਉਣੇ ਚਾਹੀਦੇ, ਮੈਨੂਫੈਕਚਰਿੰਗ ਪਲਾਂਟ ਲਗਾਉਣੇ ਚਾਹੀਦੇ ਜਿੱਥੇ ਕਿ ਸਾਡਾ ਰਾ ਮਟੀਰੀਅਲ ਜਾਂ ਸਾਡੇ ਪਾਰਟਸ ਯੂਜ਼ ਹੋਣ, ਸਾਡੀ ਜਿੱਥੇ ਕਿ ਸਮਾਲ ਸਕੇਲ ਇੰਡਸਟਰੀ ਨੂੰ ਕੰਮ ਮਿਲ ਸਕੇ। ਕੋਈ ਆਟੋ ਪਾਰਟਸ ਇੰਡਸਟਰੀ ਲਗਾ ਦਿੰਦੇ। ਜਿੱਦਾਂ ਤੁਸੀਂ ਦੱਸ ਰਹੇ ਹੋ, ਤੁਹਾਡੇ ਗੱਲਾਂ ਦੇ ਹਿਸਾਬ ਨਾਲ ਦੇਖੀਏ ਤਾਂ ਪਹਿਲਾਂ ਹੀ ਤੁਸੀਂ ਤਾਂ ਸਸਤਾ ਮਾਲ ਦੇ ਰਹੇ ਹੋ, ਫਿਰ ਜੇ ਮੈਂ ਵੀ ਹੋਵਾਂਗਾ ਮੈਨੂਫੈਕਚਰਰ ਤੇ ਮੈਂ ਸਸਤੇ ਦੀ ਬਜਾਏ ਟਾਟਾ ਦਾ ਮਹਿੰਗਾ ਮਾਲ ਕਿਉਂ ਖਰੀਦਾਂਗਾ ਜੇ ਮੈਨੂੰ ਸਸਤਾ ਹੀ ਮਿਲ ਰਿਹਾ? ਸਰ ਜਿਸ ਵੇਲੇ ਸਾਡੀ ਇੰਡਸਟਰੀ ਬੰਦ ਹੋ ਜਾਏਗੀ, ਕਿਉਂਕਿ ਸਾਨੂੰ ਸਕ੍ਰੈਪ ਨਹੀਂ ਮਿਲਣਾ, ਸਾਡੀ ਇੰਡਸਟਰੀ ਹੌਲੀ ਹੌਲੀ ਬੰਦ ਹੋਣੀ ਸ਼ੁਰੂ ਹੋ ਜਾਏਗੀ। ਤੁਸੀਂ ਕਹਿੰਦੇ ਤੁਹਾਡਾ ਬੇਸਿਕ ਰਾ ਮਟੀਰੀਅਲ ਜਿਹੜਾ ਸਕ੍ਰੈਪ ਆ ਉਹ ਸਾਰਾ ਦਾ ਸਾਰਾ ਟਾਟਾ ਲੈ ਜਾਏਗਾ? ਬਿਲਕੁਲ ਟਾਟਾ ਲੈ ਜਾਏਗਾ ਸਾਰਾ ਮਾਲ, ਉਹ ਸਾਨੂੰ ਮਾਲ ਹੀ ਨਹੀਂ ਮਿਲਦਾ। ਅੱਜ ਦੀ ਡੇਟ 'ਚ ਸਾਨੂੰ ਸਕ੍ਰੈਪ ਦੀ ਬਹੁਤ ਸ਼ਾਰਟੇਜ ਹੈ। ਇਹ ਕੱਲ੍ਹ ਨੂੰ ਟਾਟਾ ਨੇ ਮਾਲ ਸਾਰਾ ਖਰੀਦ ਲਿਆ, ਆਪ ਲੈ ਗਿਆ, ਉਹਦੀ ਕੰਜ਼ੰਪਸ਼ਨ ਇੰਨੀ ਹੋਊਗੀ ਕਿ ਉਹ ਵੱਡੇ ਪੈਸੇ ਵਾਲਾ ਬੰਦਾ, ਉਹਨੇ ਐਡਵਾਂਸ ਵੀ ਦੇ ਦੇਣਾ, ਸਭ ਕੁਝ ਦੇ ਦੇਣਾ। ਅਸੀਂ ਲੋਕ ਤਾਂ ਆਪਣੀ ਆਈ ਚਲਾਈ ਕਰਾਉਂਦੇ ਹਾਂ, ਆਈ ਚਲਾਈ ਕਰਾ ਕੇ ਸਮਾਲ ਸਕੇਲ ਇੰਡਸਟਰੀ ਨੂੰ ਫੀਡ ਕਰਦੇ ਹਾਂ। ਉਹਦੇ ਨਾਲ ਕੀ ਹੋਏਗਾ, ਸਾਰੀ ਇੰਡਸਟਰੀ ਜਿਹੜੀ ਹੈਗੀ ਸਾਡੀ ਜਦੋਂ ਬੰਦ ਹੋ ਜਾਏਗੀ ਤਾਂ ਸਮਾਲ ਸਕੇਲ ਇੰਡਸਟਰੀ ਦੀ ਛੋਟੀ ਛੋਟੀ ਇੰਡਸਟਰੀ ਹੈ ਉਹਦੇ ਉੱਤੇ ਬਹੁਤ ਜ਼ਿਆਦਾ ਇਫੈਕਟ ਆਏਗਾ ਇਸ ਗੱਲ ਦਾ। ਸਰ ਕਿੰਨੇ ਕੁ ਯੂਨਿਟ ਹੈਗੇ ਆਪਣੇ ਜਿਹੜੇ ਇਹ ਖਾਲੀ ਲੁਧਿਆਣੇ ਦੇ ਇਫੈਕਟ ਪਏਗਾ ਜਾਂ ਮੰਡੀ ਗੋਬਿੰਦਗੜ੍ਹ ਤੇ ਵੀ ਪਏਗਾ? ਸਰ ਲੁਧਿਆਣਾ, ਮੰਡੀ ਗੋਬਿੰਦਗੜ੍ਹ, ਜਲੰਧਰ ਸਭ ਤੇ ਇਫੈਕਟ ਪਏਗਾ ਇਹ, ਜਿੱਥੇ ਜਿੱਥੇ ਸਮਾਲ ਸਕੇਲ ਇੰਡਸਟਰੀ ਹੈਗੀ ਹੈ। ਟੋਟਲ ਸਾਡੀ ਪੰਜਾਬ ਦੇ ਵਿੱਚ 250-300 ਫਰਨਸਾਂ ਹੈਗੀਆਂ, 250-300 ਰੋਲੀ ਮਿੱਲਾਂ ਹੈਗੀਆਂ। ਇਹ ਸਾਰੀਆਂ ਫਰਨਸਾਂ ਰੋਲੀ ਮਿੱਲਾਂ ਨੂੰ ਇਫੈਕਟ ਆਏਗਾ। ਉਹਦੇ ਨਾਲ ਜਿਹੜੀ 1000-2000 ਜਿਹੜੀ ਛੋਟੀ ਇੰਡਸਟਰੀ ਹੈ, ਕੋਈ ਨਟ ਬੋਰਡ ਬਣਾ ਰਿਹਾ, ਕੋਈ ਆਟੋ ਪਾਰਟਸ ਬਣਾ ਰਿਹਾ, ਕੋਈ ਟਰੈਕਟਰ ਪਾਰਟਸ ਬਣਾ ਰਿਹਾ, ਉਹ ਸਾਰੀ ਇੰਡਸਟਰੀ ਨੂੰ ਇਫੈਕਟ ਆਏਗਾ ਕਿਉਂਕਿ ਅਸੀਂ ਲੋਕ ਸਸਤਾ ਮਾਲ ਬਣਾ ਕੇ ਦੇ ਸਕਦੇ। ਸਾਡੇ ਤੋਂ ਸਸਤਾ ਮਾਲ ਇੰਡਕਸ਼ਨ ਫਰਨਸ ਦੇ ਵਿੱਚ ਕੋਈ ਨਹੀਂ ਦੇ ਸਕਦਾ, ਚਾਹੇ ਟਾਟਾ ਹੋਵੇ ਚਾਹੇ ਕੋਈ ਵੱਡਾ ਆ ਜਾਵੇ, ਅਸੀਂ ਲੋਕ ਸਸਤਾ ਮਾਲ ਦੇ ਸਕਦੇ। ਅੱਜ ਵੀ ਦੇਖੋ ਟਾਟਾ ਔਰ ਸਾਡੇ ਰੇਟ 'ਚ ਬਹੁਤ ਫਰਕ ਹੈ। ਜੀ
ਕਿੰਨੇ ਕੁ ਦਾ ਫਰਕ ਹੋਏਗਾ ਜੇ ਤੁਸੀਂ 10 ਰੁਪਏ ਕਿਲੋ ਦਾ ਮਿਨੀਮਮ ਫਰਕ ਹੁੰਦਾ ਸਾਡੇ ਰੇਟ ਔਰ ਟਾਟਾ ਦੇ ਰੇਟ 'ਚ। ਅਸੀਂ 10 ਰੁਪਏ ਕਿਲੋ ਮਾਲ ਸਸਤਾ ਦਿੰਦੇ, ਇਸ ਕਰਕੇ ਹੀ ਸਮਾਲ ਸਕੇਲ ਇੰਡਸਟਰੀ ਚੱਲੀ ਜਾ ਰਹੀ ਹੈ ਤੇ ਜਿੰਨੀ ਐਕਸਪੋਰਟ ਹੋ ਰਹੀ ਹੈ, ਜੋ ਮਾਲ ਦੇ ਸਭ ਸਾਡੇ ਮਾਲਾਂ ਨਾਲ ਬਣ ਕੇ ਐਕਸਪੋਰਟ ਹੁੰਦੀ ਹੈ। ਸਾਈਕਲ ਬਟ ਜਿੰਨਾ ਬੰਦਾ ਸਾਡੇ ਮਾਲਾਂ ਨਾਲ ਬੰਦਾ ਹੈ, ਨਟ ਬੋਲਟ ਸਾਡੇ ਮਾਲਾਂ ਨਾਲ ਬੰਦਾ। ਸੋ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਪੰਜਾਬ ਦੀ MSME ਇੰਡਸਟਰੀ ਲਈ ਤੁਸੀਂ ਕਿਤੇ ਨਾ ਕਿਤੇ ਇੱਕ ਜੜੀ ਬੂਟੀ ਦਾ ਕੰਮ ਕਰ ਰਹੇ ਹੋ ਕਿ ਉਹਨਾਂ ਨੂੰ ਸਸਤਾ ਰॉ ਮਟੀਰੀਅਲ ਦਿਲਵਾ ਰਹੇ ਹੋ। ਬਿਲਕੁਲ ਸਮਾਲ ਸਕੇਲ ਇੰਡਸਟਰੀ ਨੂੰ ਅਸੀਂ ਬਹੁਤ ਫੀਡ ਕਰ ਰਹੇ ਹਾਂ। ਠੀਕ ਹੈ, ਕਿਸੇ ਵਿੱਚ ਫਲੈਕਚੁਏਸ਼ਨ ਆਉਂਦੀ ਸੀਗੀ ਮਾਰਕੀਟ ਦੀ, ਸਕ੍ਰੈਪ ਦੀ ਰੇਟ ਅਸੀਂ ਸਾਡੀ ਲੋਕ ਦੀ ਕਨਵਰਸ਼ਨ ਕਾਸਟ ਲੈਂਦੇ ਹਾਂ ਅਸੀਂ ਵੀ ਸਾਡੀ 6 ਰੁਪਏ ਕਿਲੋ ਕਨਵਰਸ਼ਨ ਕਾਸਟ ਹੈ, 6 ਹੀ ਲੈਂਦੇ ਹਾਂ ਅਸੀਂ। ਜਦੋਂ ਸਾਨੂੰ ਸਕ੍ਰੈਪ ਜਿਸ ਭਾਅ ਮਿਲੂ, ਜੇ ਸਕ੍ਰੈਪ ਤੇਜ਼ ਹੁੰਦਾ ਸਾਡਾ ਮਾਲ ਤੇਜ਼ ਹੋ ਜਾਂਦਾ ਸੀਗਾ। ਸਾਨੂੰ ਜੇ ਮਾਲ ਸਸਤਾ ਹੋਰ ਕਰਨਾ ਸੀ ਤਾਂ ਜਿੰਨੇ ਵੀ ਸਕ੍ਰੈਪ ਵਹੀਕਲ ਹੋਣੇ ਹੈ, ਜੇ ਟਾਟਾ ਪ੍ਰੋਸੈਸਿੰਗ ਪਲਾਂਟ ਲਾ ਦਿੰਦਾ ਸਕ੍ਰੈਪ ਦਾ, ਸਾਨੂੰ ਸਕ੍ਰੈਪ ਸਸਤਾ ਮਿਲਣਾ ਸੀ। ਅਲਟੀਮੇਟਲੀ ਸਾਡਾ ਮਾਲ ਹੋਰ ਸਸਤਾ ਹੋਣਾ ਸੀ, ਜਿਹਦੇ ਨਾਲ ਸਮਾਲ ਸਕੇਲ ਇੰਡਸਟਰੀ ਨੂੰ ਫਾਇਦਾ ਹੋਣਾ ਸੀ। ਸੋ ਇਹਦਾ ਹੱਲ ਕੀ ਹੈ ਹੁਣ? ਹਾਲ ਤਾਂ ਇਹੀ ਹੈ, ਸਰਕਾਰ ਨੂੰ ਇਹਦੇ ਬਾਰੇ ਦੁਬਾਰਾ ਸੋਚਣਾ ਚਾਹੀਦਾ। ਸਾਡੇ ਲੋਕਾਂ ਨਾਲ ਮੀਟਿੰਗ ਕਰਨ ਵੀ ਇੱਥੇ ਬਜਾਏ ਆਪਾਂ ਸਟੀਲ ਪਲਾਂਟ ਲਾਉਣ ਦੇ ਆਪਾਂ ਸਕ੍ਰੈਪ ਪ੍ਰੋਸੈਸਿੰਗ ਪਲਾਂਟ ਲਗਾਈਏ। ਜਿਹੜਾ ਸਕ੍ਰੈਪ, ਜਿਵੇਂ ਇਹਨੇ ਰੋਹਤਕ ਪਲਾਂਟ ਲਗਾਇਆ ਸਕ੍ਰੈਪ ਪ੍ਰੋਸੈਸ ਪਲਾਂਟ, ਉਹ ਪਲਾਂਟ ਇਹੋ ਜਿਹਾ ਇੱਥੇ ਪੰਜਾਬ 'ਚ ਵੀ ਲੱਗ ਜਾਵੇ। ਉਹਦੇ ਨਾਲ ਸਕ੍ਰੈਪ ਜਿਹੜੀ ਪ੍ਰੋਸੈਸ ਹੋ ਕੇ ਨਿਕਲੇ, ਉਹ ਸਕ੍ਰੈਪ ਜਿਹੜੇ 250 300 ਇੰਡਸਟਰੀ ਹੈਗੀ ਹੈ ਉਹਨਾਂ ਨੂੰ ਦੇਵੇ। ਉਸ ਤੋਂ ਬਾਅਦ ਆਪਣੀ ਇੰਡਸਟਰੀ ਨੂੰ ਫਿਰ ਫੀਡ ਕਰੇ। ਉਹ ਉਸ 'ਚ ਟਾਟਾ ਨੂੰ ਵੀ ਫਾਇਦਾ, ਉਸ ਟਾਟਾ ਨੂੰ ਵੀ ਫਾਇਦਾ, ਉਹਦੇ ਕਾਸਟ ਘੱਟ ਹੈਗੀ। ਜਿੱਥੇ ਜਿਹੜੇ ਪੈਸੇ ਬਚਣਗੇ ਉਹਦੇ 'ਚ ਕੋਈ ਆਪਣਾ ਟਰੱਕ ਯੂਨਿਟ ਲਗਾਵੇ, ਕੋਈ ਕਾਰ ਯੂਨਿਟ ਲਗਾਵੇ, ਜਿੱਥੇ ਸਾਡੀ ਇੰਡਸਟਰੀ ਨੂੰ ਕੰਮ ਮਿਲੇ। ਬਿਲਕੁਲ ਠੀਕ ਹੈ। ਸੋ ਇਸ ਚੀਜ਼ ਲਈ ਹੁਣ ਤਾਂ ਜਿਵੇਂ ਇੱਦਾਂ ਦਾ ਮਾਹੌਲ ਬਣ ਚੁੱਕਾ ਹੈ। ਇੱਕ ਹੋਰ ਚੀਜ਼ ਗੱਲ ਬੜੀ ਅਸਮੰਜਸ ਜੀ ਲੱਗ ਰਹੀ ਹੈ, ਸਮਝ ਨਹੀਂ ਲੱਗ ਰਹੀ ਕਿ ਜਿਸ ਦਿਨ ਭਗਵੰਤ ਮਾਨ ਜੀ ਨੇ ਇਹ ਅਨਾਊਂਸਮੈਂਟ ਕੀਤੀ ਸੀ ਕਿ ਟਾਟਾ ਦਾ 2600 ਕਰੋੜ ਦਾ ਪਲਾਂਟ ਲੱਗ ਗਿਆ ਹੈ, ਤੇ ਦੂਜੇ ਪਾਸੇ ਅਸੀਂ ਗੱਲਬਾਤ ਕਰੀਏ ਤੇ ਉੱਥੇ ਅਸੀਂ ਦੇਖੇ ਸੀ ਬਹੁਤ ਸਾਰੇ ਵੱਡੇ ਇੰਡਸਟਰੀਲਿਸਟ ਪੰਜਾਬ ਦੇ ਜਿਹੜੇ ਉਹ ਤਾਰੀਫਾਂ ਕਰ ਰਹੇ ਸੀ ਕਿ ਟਾਟਾ ਆ ਗਿਆ, ਟਾਟਾ ਦੇ 2600 ਕਰੋੜ, ਪਹਿਲੀ ਸਰਕਾਰ ਹੈ ਜਿਹੜੀ ਟਾਟਾ ਲੈ ਕੇ ਆ ਪਈ ਹੈ। ਇੱਦਾਂ ਦੇ ਇਸਤੇਮਾਲ ਕੀਤੇ ਜਾ ਰਹੇ ਸੀ ਅਲਫਾਜ਼, ਤੇ ਉਹ ਫਿਰ ਕੀ ਸੀ, ਦਿਖਾਵਾ ਸੀ? ਸਰ ਇਸ ਤਰ੍ਹਾਂ ਹੈਗਾ, ਉਹ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਟਾਟਾ ਆਉਣ ਦਾ ਫਾਇਦਾ ਕੀ ਹੋਣਾ ਤੇ ਨੁਕਸਾਨ ਕੀ ਹੋਣਾ। ਟਾਟਾ ਆਉਣ ਦਾ ਫਾਇਦਾ, ਜਿਵੇਂ ਸੋਨਾਲੀਕਾ ਨੇ ਇੱਥੇ ਪਹਿਲਾਂ ਟਰੈਕਟਰ ਪਲਾਂਟ ਲਾਇਆ, ਮਹਿੰਦਰਾ ਨੇ ਟਰੈਕਟਰ ਪਲਾਂਟ ਲਾਇਆ। ਟਾਟਾ ਕੋਈ ਐਸਾ ਪਲਾਂਟ ਲਗਾਉਂਦਾ ਜਿੱਥੇ ਸਮਾਲ ਸਕੇਲ ਇੰਡਸਟਰੀ ਨੂੰ ਕੰਮ ਮਿਲੇ। ਸਟੀਲ ਪਲਾਂਟ ਜੇ ਲਗਾਉਣਾ ਉਹਨੇ ਤੇ ਓਡੀਸ਼ਾ 'ਚ ਲਗਾਵੇ, ਜਿੱਥੇ ਸਕ੍ਰੈਪ ਦੀ ਅਵੇਲੇਬਿਲਿਟੀ ਹੈ, ਸਪੰਜਰ ਦੀ ਅਵੇਲੇਬਿਲਿਟੀ ਹੈ। ਇੱਥੇ ਜਿਹੜੀ ਸਕ੍ਰੈਪ ਹੈਗੀ ਸਾਡੇ ਲੋਕਾਂ ਨੂੰ ਪੂਰੀ ਨਹੀਂ ਹੁੰਦੀ। ਜੇ ਕੱਲ ਟਾਟਾ ਨੂੰ ਉਹਨਾਂ ਨੇ ਸਕ੍ਰੈਪ ਸਾਰੀ ਦੇਤੀ, ਟਾਟਾ ਨੂੰ ਯਾਰਡ ਦੇਤੇ ਸਾਰੇ, ਤੇ ਅਸੀਂ ਲੋਕ ਕਿੱਥੇ ਜਾਵਾਂਗੇ? ਸਾਡੀ ਜਿਹੜੀ ਇੰਡਸਟਰੀ ਲੱਗੀ ਹੋਈ ਹੈ ਉਹ ਤਾਂ ਬਿਲਕੁਲ ਬੰਦ ਹੀ ਹੋ ਜਾਏਗੀ, ਉਹਨੂੰ ਸਕ੍ਰੈਪ ਨਹੀਂ ਮਿਲਣੀ, ਉਹਦੇ ਨਾਲ ਬਾਕੀ ਇੰਡਸਟਰੀ ਨੂੰ ਇਫੈਕਟ ਆ ਜਾਣਾ। ਸਰਕਾਰ ਨੂੰ ਇਹਦੇ ਬਾਰੇ ਦੁਬਾਰਾ ਸੋਚਣਾ ਚਾਹੀਦਾ। ਬਿਨਾਂ ਹੋਮਵਰਕ ਕੀਤੇ ਜਿਹੜਾ ਐਡਾ ਵੱਡਾ ਅੱਗੇ ਕੰਮ ਕਰ ਦਿੱਤਾ ਗਿਆ, ਇਹ ਬਿਲਕੁਲ ਡਿਸੀਜਨ ਗਲਤ ਹੈਗਾ ਇਹਨਾਂ ਦਾ। ਸਾਡੇ ਲੋਕਾਂ ਨਾਲ ਸਲਾਹ ਕਰਨੀ ਚਾਹੀਦੀ ਹੈ। ਕੀ ਐਕਸ਼ਨ ਲਓਗੇ ਹੁਣ? ਅਸੀਂ ਤਾਂ ਇਹ ਕਹਿ ਰਹੇ ਹਾਂ ਵੀ ਭਾਈ ਅਸੀਂ ਐਕਸ਼ਨ ਤਾਂ, ਅਸੀਂ ਤਾਂ ਛੋਟੇ ਜਿਹੇ ਬੰਦੇ, ਅਸੀਂ ਐਕਸ਼ਨ ਅਸੀਂ ਸਰਕਾਰ ਨੂੰ ਰਿਪਰੈਜ਼ੈਂਟ ਕਰ ਰਹੇ ਹਾਂ। ਸਰਕਾਰ ਨੂੰ ਤੁਹਾਡੇ ਥਰੂ ਵੀ ਕਹਿ ਰਹੇ ਹਾਂ, ਸਰਕਾਰ ਨੂੰ ਵੈਸੇ ਵੀ ਅਸੀਂ ਰਿਪਰੈਜ਼ੈਂਟ ਲਿਖ ਕੇ ਦੇ ਰਹੇ ਹਾਂ ਵੀ ਜਿਹੜੀ ਇੰਡਸਟਰੀ ਹੈਗੀ ਸਾਨੂੰ ਜਿਹੜੀ ਨੂੰ ਬਚਾਓ। ਟਾਟਾ ਨੂੰ ਬਜਾਏ ਸਟੀਲ ਪਲਾਂਟ ਲਗਾਉਣ ਦੇ ਸਕ੍ਰੈਪ ਪ੍ਰੋਸੈਸਿੰਗ ਪਲਾਂਟ ਲਗਾਉਣਾ ਚਾਹੀਦਾ, ਜਿਹਦੇ ਨਾਲ ਸਾਡੇ ਲੋਕਾਂ ਨੂੰ ਸਕ੍ਰੈਪ ਮਿਲੇ ਔਰ ਸਾਡੀ ਇੰਡਸਟਰੀ ਦੀ ਚੱਲਦੀ ਪਈ ਹੈ ਉਹ ਬੰਦ ਨਾ ਹੋਵੇ। ਠੀਕ ਹੈ ਸਰ, ਥੈਂਕ ਯੂ ਸਰ। ਸੋ ਦੋਸਤੋ, ਇਹ ਸੀਗੇ ਸਾਡੇ ਨਾਲ KK ਗਰਗ, ਜਿਹੜੇ ਕਿ ਨਾਰਥ ਇੰਡੀਆ ਇੰਡਕਸ਼ਨ ਫਰਨਸ ਦੇ ਪ੍ਰੈਜ਼ੀਡੈਂਟ ਹੈ। ਸੋ ਇਹਨਾਂ ਨੇ ਬੜੀ ਅੱਛੀ ਗੱਲ ਦੱਸੀ ਹੈ ਕਿ ਕੋਈ ਵੀ ਨਵਾਂ ਉਪਰਾਲਾ ਕੀਤਾ ਜਾਣਾ ਚਾਹੀਦਾ ਹੈ ਜਿਹਦੇ ਵਿੱਚ ਪੂਰੇ ਪੰਜਾਬ ਦੀ ਭਲਾਈ ਹੋਵੇ। ਪਰ ਇੱਥੇ ਹਾਲਾਤ ਇੱਦਾਂ ਦੇ ਨਜ਼ਰ ਆ ਰਹੇ ਨੇ ਇਹਨਾਂ ਦੇ ਕਹਿਣ ਮੁਤਾਬਕ ਕਿ ਟਾਟਾ ਜਿਹੜਾ ਪਲਾਂਟ ਲਗਾਉਣ ਜਾ ਰਹੀ ਹੈ ਉਸ ਚੀਜ਼ ਦਾ ਰॉ ਮਟੀਰੀਅਲ ਯਾਨੀ ਕਿ ਸਟੀਲ ਦੀ ਸਕ੍ਰੈਪ ਉਹ ਤਾਂ ਪਹਿਲਾਂ ਹੀ ਘੱਟ ਹੈ, ਸੋ ਪਹਿਲਾਂ ਹੀ ਪੂਰੀ ਨਹੀਂ ਹੋ ਪਾ ਰਹੀ। ਸੋ ਜੇ ਉਹ ਸਕ੍ਰੈਪ ਇੱਕ ਵੱਡਾ ਯੂਨਿਟ ਆ ਜਾਂਦਾ ਤਾਂ ਸਾਰਾ ਦਾ ਸਾਰਾ ਸਕ੍ਰੈਪ, ਸਾਰਾ ਦਾ ਸਾਰਾ ਰॉ ਮਟੀਰੀਅਲ ਇੱਕੋ ਯੂਨਿਟ ਨੂੰ ਚਲਾ ਜਾਏਗਾ ਔਰ ਛੋਟੇ ਇੱਕ ਵੱਡਾ ਯੂਨਿਟ ਤਾਂ ਜ਼ਰੂਰ ਟਾਟਾ ਵਰਗਾ ਲੱਗ ਜਾਏਗਾ, ਪਰ ਉਹਦੇ ਅਗੇਂਸਟ ਜਿਹੜਾ 250 ਤੋਂ ਲੈ ਕੇ 300 ਜਿਹੜਾ ਯੂਨਿਟ ਹੈ ਉਹ ਜ਼ਰੂਰ ਬੰਦ ਹੋ ਜਾਏਗਾ। MSME ਸੈਕਟਰ ਨੂੰ ਫੀਡ ਕਰਨ ਵਾਲੀ ਇੰਡਸਟਰੀ ਜ਼ਰੂਰ ਬੰਦ ਹੋ ਜਾਏਗੀ। ਸੋ ਵੱਡੇ ਬਜ਼ੁਰਗਾਂ ਨੇ ਕਿਹਾ ਹੈ ਕਿ ਗਰੋਥ ਬਹੁਤ ਜ਼ਰੂਰੀ ਹੈ ਲਾਈਫ ਦੇ ਵਿੱਚ, ਪਰ ਸਾਨੂੰ ਇਹ ਦੇਖਣਾ ਪਏਗਾ, ਇਹ ਡਿਸੀਜ਼ਨ ਲੈਣਾ ਪਏਗਾ ਕਿ ਗਰੋਥ ਕਿਸ ਸ਼ਰਤ 'ਤੇ ਮਿਲ ਰਹੀ ਹੈ, ਸਾਨੂੰ ਤਰੱਕੀ ਕਿਸ ਸ਼ਰਤ 'ਤੇ ਮਿਲ ਰਹੀ ਹੈ, ਉਸ 'ਤੇ ਮੰਥਨ ਕਰਨ ਦੀ ਬਹੁਤ ਜ਼ਰੂਰਤ ਹੈ। ਦੇਖਦੇ ਰਹੋ, ਬਨੇ ਰਹੋ ਜਾਣੇ ਤੈਸ਼ੀ। ਧੰਨਵਾਦ।